ਪ੍ਰੈਸ ਕਾਨਫਰੰਸ ਜਦੋਂ ਵੀ ਕਿਤੇ ਹੁੰਦੀ ਆ ਤੇ ਉਮੀਦ ਕਰਦੇ ਆ ਵੀ ਮੀਡੀਆ ਜੋ ਸਾਡਾ ਇਸ਼ੂ ਆ ਉਹਨੂੰ ਹਾਈਲਾਈਟ ਕਰੂਗੀ। ਉਹ ਵੀ ਗੱਲ ਵੱਖਰੀ ਆ ਵੀ ਸਰਕਾਰ ਵੱਲੋਂ ਤੁਹਾਨੂੰ ਘੱਟ ਹੀ ਪ੍ਰੈਸ ਕਾਨਫਰੰਸਿਸ ਮਿਲ ਰਹੀਆਂ। ਸੋ ਉਮੀਦ ਕਰਦੇ ਆ ਵੀ ਸਰਕਾਰ ਵੀ ਤੁਹਾਨੂੰ ਐਂਟਰਟੇਨ ਕਰਨਾ ਸ਼ੁਰੂ ਕਰੂਗੀ। ਅਸੀਂ ਪਹਿਲਾਂ ਤਾਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਘੱਟੋ ਘੱਟ ਵੀ ਮੀਡੀਆ ਕਰਮੀ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਐਡੀ ਸਰਕਾਰ ਬਣਾਈ ਆ, ਜਿਨ੍ਹਾਂ ਨੇ ਇੱਕ ਲੋਕ ਪੱਖੀ ਗੱਲਾਂ ਕਰਕੇ ਉਜਾਗਰ ਕੀਤਾ ਔਰ ਤੁਹਾਨੂੰ ਇਸੇ ਤਰੀਕੇ ਸੈਕਟਰੀਏਟ 'ਚ ਵੀ ਤੁਹਾਨੂੰ ਦੁਬਾਰਾ ਉਹ ਮੁੜ ਆਜ਼ਾਦੀ ਮਿਲੇ ਜਿਹਦੀ ਤੁਸੀਂ ਲੜਾਈ ਲੜਦੇ ਹੋ। ਸੋ ਹੁਣ ਅੱਜ ਅਸੀਂ ਨੌਕਰੀਆਂ ਦੇ ਮੁੱਦੇ ਦੇ ਉੱਤੇ ਉਹ ਮੁੱਦਾ ਮੇਰੇ ਹਿਸਾਬ ਨਾਲ ਜਿਹੜਾ ਸਾਰਿਆਂ ਦੇ ਸਰਵੇ ਸਾਰਿਆਂ ਦੇ ਡਾਟਾ 'ਚ ਕਿਸੇ ਵੀ ਪਾਰਟੀ ਦੇ ਫੀਡਬੈਕ 'ਚ ਸਭ ਤੋਂ ਵੱਧ ਅਗਰ ਕੋਈ ਮੁੱਦੇ ਨੇ ਡੋਮੀਨੇਟ ਕੀਤਾ ਜਾਂ ਲੋਕਾਂ ਨੇ ਥੱਲੋਂ ਜਿਹਦੇ ਕਰਕੇ ਰੋਸ਼ ਪ੍ਰਗਟ ਕੀਤਾ ਉਹ ਨੌਕਰੀਆਂ ਦਾ ਮੁੱਦਾ ਸੀ। PCC ਪ੍ਰਧਾਨ ਰਾਜਾ ਵੜਿੰਗ ਜੀ ਹੋਣ, CLP ਲੀਡਰ ਪ੍ਰਤਾਪ ਬਾਜਵਾ ਜੀ ਹੋਣ, ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ, ਸਾਰਿਆਂ ਨੇ ਇਹ ਮਹਿਸੂਸ ਕਰਦੇ ਆ ਵੀ ਪੰਜਾਬ ਦੀ ਜਿਹੜੀ ਤਰੱਕੀ ਆ ਉਹ ਰੁਜ਼ਗਾਰ ਤਹਿਤ ਹੀ ਹੋ ਸਕਦੀ ਆ। ਔਰ ਤੁਹਾਨੂੰ ਯਾਦ ਹੋਊਗਾ ਵੀ ਇਹਨਾਂ ਨੇ 1 ਮਹੀਨੇ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਹਿਮਾਚਲ ਜਾਂਦੇ ਆ, 25,000 ਨੌਕਰੀ ਪੰਜਾਬ ਦੇ ਵਿੱਚ ਦੇ ਦਿੱਤੀ ਗਈ ਆ, ਸਰਕਾਰੀ ਨੌਕਰੀ ਉਹਨੂੰ ਕਹਿ ਕੇ ਆਉਂਦੇ ਆ। 1 ਮਹੀਨੇ ਦੇ ਅੰਦਰ ਅੰਦਰ ਸਰਕਾਰੀ ਨੌਕਰੀ 25,000 ਕੱਲੀਆਂ, ਇਹ ਨਹੀਂ ਕਹਿੰਦੇ ਐਲਾਨ ਨਹੀਂ, ਐਡਵਰਟਾਈਜ਼ ਕਰ ਦਾਂਗੇ। 19 ਮਾਰਚ ਨੂੰ ਪ੍ਰੈਸ ਕਾਨਫਰੰਸ ਕਰਦੇ ਆ। ਅੱਜ 19 ਮਾਰਚ ਦੀ ਜਗ੍ਹਾ ਅੱਜ 29 ਅਪ੍ਰੈਲ ਹੋ ਗਈ ਆ। ਮਹੀਨੇ ਤੋਂ ਵੀ ਉੱਪਰ ਨੌਕਰੀਆਂ ਐਡਵਰਟਾਈਜ਼ ਕਰਨ ਦੀ ਤਾਂ ਦੂਰ ਦੀ ਗੱਲ, ਨੌਕਰੀਆਂ ਦਾ ਕਿਤੇ ਸਰਕਾਰੀ ਨੌਕਰੀਆਂ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਹੈਗਾ। ਉਲਟਾ ਆਪਣੇ ਆਪ ਨੂੰ ਤਗੜਾ ਕਰਨ ਲਈ ਔਰ ਆਪਣੇ ਦਿੱਲੀ ਵਾਲੇ ਬੰਦਿਆਂ ਨੂੰ ਐਡਜਸਟ ਕਰਨ ਲਈ ਜਿਹੜੀ ਇਹਨਾਂ ਦੀ ਦਿੱਲੀ ਤੋਂ IT ਸੈੱਲ ਦੀ ਟੀਮ ਆ ਉਹਨੂੰ ਐਡਜਸਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਾਇਰਿੰਗ ਆਫ ਸੋਸ਼ਲ ਮੀਡੀਆ ਪਰਸਨਲ ਪਿਓਰਲੀ ਔਨ ਟੈਂਪਰੇਰੀ ਬੇਸਿਸ ਇੱਕ SS ਸਰਵਿਸ ਪ੍ਰੋਵਾਈਡਰ ਪਟਿਆਲਾ ਤੋਂ ਆ, ਉਹਨਾਂ ਤੋਂ ਤਕਰੀਬਨ ਡਿਜੀਟਲ ਮੀਡੀਆ ਮੈਨੇਜਰ ਜਿਹਦੀ ਤਨਖਾਹ ਲੱਖ ਰੁਪਇਆ, ਡਿਜੀਟਲ ਮੀਡੀਆ ਅਸਿਸਟੈਂਟ ਮੈਨੇਜਰ ਜਿਹਦੀ ਤਨਖਾਹ 50,000 ਰੁਪਇਆ, ਡਿਜੀਟਲ ਮੀਡੀਆ ਐਗਜ਼ੀਕਿਊਟਿਵਸ ਜਿਨ੍ਹਾਂ ਦੀ ਤਨਖਾਹ 50,000 ਰੁਪਇਆ ਔਰ ਜਿਨ੍ਹਾਂ ਨੂੰ ਕੋਈ 50,000 ਦੀ ਨੌਕਰੀ ਜਿਹਦੇ ਵਾਸਤੇ +2 ਦੀ ਵੀ ਰਿਕੁਆਇਰਮੈਂਟ ਨਹੀਂ ਹੈਗੀ। ਕੰਟੈਂਟ ਰਾਈਟਰ 40,000 ਰੁਪਇਆ, ਵੀਡੀਓ ਐਡੀਟਰ 60,000 ਰੁਪਇਆ, ਗ੍ਰਾਫਿਕ ਡਿਜ਼ਾਈਨਰ 40,000 ਰੁਪਇਆ। ਔਰ ਇਹ ਉਹ ਬੰਦਿਆਂ ਦੀ ਸਿਲੈਕਸ਼ਨ 25 ਤਰੀਕ ਨੂੰ ਇੰਟਰਵਿਊ ਕੰਡਕਟ ਕਰਦੇ ਆ ਔਰ 20 ਤੋਂ 25 ਅਪ੍ਰੈਲ ਤੱਕ ਕਹਿੰਦੇ ਆ ਸਾਰੇ ਡਾਕੂਮੈਂਟਸ ਲੈ ਕੇ ਆਓ, ਵਾਕ ਇਨ ਇੰਟਰਵਿਊ ਕਰੋ ਔਰ 26 ਤਰੀਕ ਨੂੰ 10 ਵਜੇ ਤੁਹਾਡੀ ਲਿਸਟ ਲੱਗ ਜੂਗੀ। ਸਰਕਾਰੀ ਅਦਾਰਿਆਂ ਦੇ ਵਿੱਚ ਅੱਜ ਇਹਨਾਂ ਦੀ ਸਰਕਾਰ ਆ, ਇਹਨਾਂ ਕੋਲ ਟਾਈਮ ਆ ਪ੍ਰੋਪਰ ਸਿਲੈਕਸ਼ਨ ਕਰਨ ਦਾ, ਇਹਨਾਂ ਕੋਲ ਟਾਈਮ ਆ ਕੰਟਰੈਕਚੁਅਲ EMPLOYEES ਦੀ ਜਗ੍ਹਾ ਰੈਗੂਲਰ EMPLOYE ਭਰਤੀ ਕਰਨ ਦਾ। ਲੇਕਿਨ ਕਿਉਂਕਿ ਆਪ ਦਾ ਇੱਕ IT ਮੀਡੀਆ ਸੋਸ਼ਲ ਮੀਡੀਆ ਸੈੱਲ ਆ, ਉਹਨਾਂ ਤੋਂ ਦਿੱਲੀ ਤੋਂ ਬੰਦਿਆਂ ਨੂੰ ਐਡਜਸਟ ਕਰਨ ਵਾਸਤੇ ਜਦੋਂ ਕਈ ਨੌਜਵਾਨਾਂ ਨੇ ਇਹਨਾਂ ਨੂੰ ਅਪਰੋਚ ਕੀਤਾ ਤੇ ਉੱਥੋਂ ਉਹਨਾਂ ਨੂੰ ਸਿੱਧਾ ਜਵਾਬ ਦੇ ਦਿੱਤਾ ਗਿਆ ਵੀ ਨਹੀਂ ਅਸੀਂ ਇਹ ਚੀਜ਼ ਨੂੰ ਐਂਟਰਟੇਨ ਨਹੀਂ ਕਰਾਂਗੇ। ਜਦੋਂ ਅਫਸਰਾਂ ਨੂੰ ਅਪਰੋਚ ਕੀਤਾ ਗਿਆ ਉਹਨਾਂ ਨੇ ਏਜੰਸੀ ਦੇ ਉੱਤੇ ਗੱਲ ਪਾਤੀ। ਇਹ ਉਹੀ ਏਜੰਸੀ ਆ ਜਿਹਦਾ ਪਿੱਛੇ ਜੇ ਵੀ ਰੌਲਾ ਪਿਆ ਸੀਗਾ ਜਦੋਂ ਇਹਨਾਂ ਨੇ ਆਪਣਾ ਸਿਲੈਕਸ਼ਨ ਕੀਤੀ ਸੀਗੀ ਬਿਜਲੀ ਵਾਲੀ। ਉਸੇ ਏਜੰਸੀ ਰਾਹੀਂ ਦਿੱਲੀ ਦੇ ਬੰਦਿਆਂ ਨੂੰ ਇਹ ਆਪਣਾ ਪੰਜਾਬ ਸਰਕਾਰ ਦੇ ਵਿੱਚ ਨੌਕਰੀਆਂ ਦੇ ਰਿਹਾ, ਉਹ ਵੀ ਆਰਬਿਟਰਰੀ, ਕੋਈ ਸਿਲੈਕਸ਼ਨ ਨਹੀਂ, ਕੋਈ ਪ੍ਰੋਸੈਸ ਨਹੀਂ। ਲੱਖ ਰੁਪਇਆ 60,000 ਰੁਪਇਆ 50,000 ਰੁਪਏ ਦੇ ਉੱਤੇ ਬਿਨਾਂ ਕਿਸੇ ਪ੍ਰੋਸੈਸ ਤੋਂ ਔਰ ਕੋਈ ਵਾਕ ਇਨ ਇੰਟਰਵਿਊ ਆ ਨਾ ਕੋਈ ਉਹਦਾ ਕੋਈ ਹੈਗਾ। ਪਨ ਮੀਡੀਆ ਪੰਜਾਬ ਪਹਿਲੋਂ ਵੀ ਕਰਦੀ ਸੀ, ਪਹਿਲੋਂ ਵੀ ਤੁਹਾਨੂੰ ਪਤਾ ਵੀ ਕਈ ਵਾਰ ਪਨ ਮੀਡੀਆ ਦੇ ਵਿੱਚ ਸਿਲੈਕਸ਼ਨਸ ਹੁੰਦੀਆਂ ਸੀ। ਲੇਕਿਨ ਅੱਜ
IT ਸੈੱਲ ਆਪਣੇ ਨੂੰ ਮਾਨਤਾ ਦੇਣ ਨੂੰ, ਜਿਨ੍ਹਾਂ ਬੰਦਿਆਂ ਨੇ ਇਹਨਾਂ ਦੇ IT ਸੈੱਲ 'ਚ ਕੰਮ ਕੀਤਾ ਉਹਨਾਂ ਨੂੰ ਮਾਨਤਾ ਦੇਣ ਨੂੰ ਆਰਬਿਟਰਰੀ, ਬਿਨਾਂ ਕੋਈ ਪ੍ਰੋਸੈਸ ਤੋਂ, ਬਿਨਾਂ ਕਿਸੇ ਨਾਪ ਤੋਲ ਤੋਂ। ਇਹ ਕੱਲ੍ਹ ਪਰਸੋਂ ਮੈਂ ਵੇਖ ਰਿਹਾ ਸੀਗਾ, ਕੁਲਤਾਰ ਸੰਧਵਾ ਜੀ ਕਹਿ ਰਹੇ ਸੀ ਵੀ ਵਿਧਾਨ ਸਭਾ 'ਚ ਜਿਹੜੇ ਬੱਚੇ ਰੱਖੇ ਗਏ ਆ ਉਹਨਾਂ ਨੂੰ ਬਾਹਰ ਕੱਢਾਂਗੇ। ਬਿਲਕੁਲ, ਅਗਰ ਪ੍ਰੋਸੈਸ ਗਲਤ ਆ ਜ਼ਰੂਰ ਕੱਢੋ, ਸਭ ਕੁਝ ਕਰੋ, ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਜ਼ਰੂਰ ਠੋਕੋ। ਲੇਕਿਨ ਤੁਸੀਂ ਅੱਜ ਆਪਣੇ ਸੋਸ਼ਲ ਮੀਡੀਆ ਸੈੱਲ ਦਿੱਲੀ ਵਾਲਿਆਂ ਨੂੰ, ਸਾਰੇ ਬੰਦਿਆਂ ਨੂੰ ਤੁਸੀਂ ਸਰਕਾਰੀ ਤਨਖਾਹ ਦੇ ਉੱਤੇ ਪ੍ਰੋਪੋਗੈਂਡਾ ਕਰਨ ਨੂੰ ਔਰ ਆਪਣੀ ਆ ਜਿਹੜੀ ਨੌਲੇਜ ਸ਼ੇਅਰਿੰਗ ਐਗਰੀਮੈਂਟ ਦੀ ਗੱਲ ਕਰਦੇ ਹੋ, ਇਹੀ ਆ ਉਹ ਨੌਲੇਜ ਸ਼ੇਅਰਿੰਗ ਐਗਰੀਮੈਂਟ ਜਿੱਥੇ ਤੁਸੀਂ ਦਿੱਲੀ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਤੋਂ ਉੱਪਰ ਮਾਨਤਾ ਦੇ ਕੇ ਤੁਸੀਂ ਨੌਕਰੀਆਂ ਦੇ ਉੱਤੇ ਰੱਖ ਰਹੇ ਹੋ। ਕਿੰਨੇ ਕੁ ਪੰਜਾਬ ਦੇ ਬੱਚੇ ਉੱਥੇ ਰੱਖੇ ਜਾ ਰਹੇ ਆ, ਕਿੰਨੇ ਕੁ ਪੰਜਾਬ ਦੇ ਬੱਚਿਆਂ ਨੂੰ ਉੱਥੇ ਰੁਜ਼ਗਾਰ ਮਿਲ ਰਿਹਾ ਆਰਬਿਟਰੀ ਸਿਲੈਕਸ਼ਨ 'ਚ। ਉਹਦੇ ਨਾਲ ਜਿਹੜੀ ਆ ਤੁਹਾਨੂੰ ਇਹ ਗੱਲ ਦੱਸ ਰਿਹਾ, ਇਹ ਨੌਕਰੀਆਂ ਇਹ ਵੀ ਕਹਿ ਸਕਣਗੇ ਵੀ ਇਹ ਤਾਂ ਪੁਰਾਣੀ ਸਰਕਾਰ ਦੀ ਪਾਲਿਸੀ ਸੀ। ਪੁਰਾਣੀ ਸਰਕਾਰ ਦੀ ਅਗਰ ਇਹ ਪਾਲਿਸੀ ਕਹਿਣਗੇ ਤਾਂ ਉੱਥੇ ਸਵਾਲ ਇਹ ਬਣਦਾ ਵਾ, ਉਦੋਂ 6 ਮਹੀਨੇ ਪਏ ਸੀ, ਉਹਨਾਂ ਨੇ ਆਪਣਾ ਕੀ ਕਹਿੰਦੇ, ਉਦੋਂ ਉਹਨਾਂ ਨੇ ਜ਼ਰੂਰ ਇਹ ਨੀਤੀ ਕੱਢੀ ਸੀ। ਅੱਜ ਇਹਨਾਂ ਨੂੰ ਰੈਗੂਲਰ ਰੱਖਣ ਨੂੰ ਇਹਨਾਂ ਨੂੰ ਕੀ ਪ੍ਰੋਬਲਮ ਆ? ਔਰ ਜਦ ਕਿ PR ਡਿਪਾਰਟਮੈਂਟ ਹੈਗਾ, 78,000 ਰੁਪਇਆ ਉੱਥੇ PRO ਦੀ ਤਨਖਾਹ ਵਾ, ਤੁਸੀਂ ਬਰਾਬਰ ਦਾ ਪੇ ਸਕੇਲ ਦੇ ਰਹੇ ਹੋ, ਬਰਾਬਰ ਦੀ ਤੁਸੀਂ ਮਾਨਤਾ ਦੇ ਰਹੇ ਹੋ, ਤੇ ਫਿਰ ਤੁਸੀਂ ਕਿਉਂ ਉਹਨਾਂ ਨੂੰ ਪ੍ਰੋਪਰ ਪ੍ਰੋਸੈਸ ਔਰ ਪ੍ਰੋਪਰ ਪ੍ਰੋਸੀਜਰ ਰਾਹੀਂ ਕਿਉਂ ਨਹੀਂ ਕਰ ਰਹੇ? ਅਗਰ ਚਲੋ ਇਹ ਕਹਿਣਗੇ, ਇਹਦੇ ਉੱਤੇ ਕਈ ਇਹਨਾਂ ਦੇ ਪ੍ਰਤੀਕਰਮ ਆਉਣਗੇ। ਉਸੇ ਤਰੀਕੇ ETT ਦੇ ਟੀਚਰ ਆ ਜਿਹੜੇ ਪ੍ਰੋਪਰ ਪ੍ਰੋਸੈਸ 'ਚੋਂ ਆਏ ਆ, ਪ੍ਰੋਪਰ ਸਿਲੈਕਸ਼ਨ 'ਚੋਂ ਆਏ ਆ, 3/8 ਨੂੰ ਉਹਨਾਂ ਦੀ ਆਨਲਾਈਨ ਫਾਰਮ ਭਰਿਆ ਜਾਂਦਾ, ਰਿਟਨ ਟੈਸਟ ਹੁੰਦਾ ਵਾ, ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ। ਅੱਜ ਤੱਕ ਉਹਨਾਂ ਕੋਲ ਜੁਆਇਨਿੰਗ ਲੈਟਰਸ ਨਹੀਂ ਹੈਗੇ। ਅੱਜ ਤੱਕ ਉਹ ETT ਟੀਚਰਸ ਜਿਹੜੇ 21 ਤੋਂ ਪਿਛਲੀ ਸਰਕਾਰ ਦੇ ਵਿੱਚ ਜਿਨ੍ਹਾਂ ਨੂੰ ਸਾਰਾ ਪ੍ਰੋਸੈਸ ਫਾਈਨਲਾਈਜ਼ ਕੀਤਾ, ਪ੍ਰੋਪਰ ਪ੍ਰੋਸੀਜਰ ਥਰੂ ਆਏ, ਅੱਜ ਤੱਕ ਉਹਨਾਂ ਕੋਲ ਜੁਆਇਨਿੰਗ ਲੈਟਰਸ ਨਹੀਂ ਹੈਗੇ। ਉਸ ਤੋਂ ਬਾਅਦ ਉਸ ਤੋਂ ਵੀ ਇੰਪੋਰਟੈਂਟ, ਪੰਜਾਬ ਪੁਲਿਸ 'ਚ ਕਹਿੰਦੇ 10,000 ਭਰਤੀਆਂ ਕੱਢਾਂਗੇ, 1 ਮਹੀਨੇ ਦੇ ਅੰਦਰ ਅੰਦਰ ਐਡਵਰਟਾਈਜ਼ ਕਰਾਂਗੇ। 4358 ਪੋਸਟਾਂ ਦਾ ਟੈਸਟ ਹੋਇਆ, 6 ਲੱਖ ਬੱਚਿਆਂ ਨੇ ਪੇਪਰ ਦਿੱਤਾ। 6 ਲੱਖ ਬੱਚਿਆਂ ਦੇ ਪੇਪਰ ਦੇਣ ਤੋਂ ਬਾਅਦ 43 ਇਹਨਾਂ ਨੇ 25-26 ਸਤੰਬਰ ਨੂੰ ਪੇਪਰ ਹੁੰਦਾ ਵਾ 2021 'ਚ, ਫਿਜ਼ੀਕਲ ਟੈਸਟ ਹੁੰਦਾ ਵਾ, ਪ੍ਰੋਪਰ 3 ਮੈਂਬਰੀ ਕਮੇਟੀ ਆ, ADGP ਦੇ ਅੰਡਰ ਕਮੇਟੀ ਬਣਦੀ ਆ, ਸਿਲੈਕਸ਼ਨ ਹੁੰਦੀ ਆ। 6 ਤੋਂ 17 ਦਸੰਬਰ ਨੂੰ ਟੈਸਟ ਹੁੰਦੇ ਆ, 8 ਜਨਵਰੀ ਨੂੰ ਲਿਸਟ ਆਊਟ ਹੁੰਦੀ ਆ। ਉਹਨਾਂ ਨੇ ਪਿੱਛੇ ਜੇ ਧਰਨਾ ਵੀ ਲਾਇਆ, ਉਹਨਾਂ ਨੇ ਪਿੱਛੇ ਜੇ ਰੌਲਾ ਵੀ ਪਾਇਆ, ਲੇਕਿਨ ਅੱਜ ਤੱਕ ਉਹਨਾਂ ਨੂੰ ਜੁਆਇਨਿੰਗ ਲੈਟਰਸ ਨਹੀਂ ਮਿਲਦੀਆਂ। ਇੱਕ ਪਾਸੇ ਤੁਸੀਂ ਮੀਡੀਆ ਦੇ, IT ਮੀਡੀਆ ਦੇ ਆਪਣੇ ਸੈੱਲ ਨੂੰ ਤਗੜਾ ਕਰਨ ਨੂੰ ਤੁਸੀਂ ਦਵਾ ਦਵ ਜੁਆਇਨਿੰਗ ਲੈਟਰਸ ਛੱਡੋ, ਉਹਨਾਂ ਦਾ ਪ੍ਰੋਸੈਸ ਖਤਮ ਕਰਕੇ ਉਹਨਾਂ ਨੂੰ ਅਪਾਇੰਟ ਵੀ ਕਰ ਰਹੇ ਹੋ। ਦੂਜੇ ਪਾਸੇ 4358 ਕਾਂਸਟੇਬਲਸ ਜਿਹੜੇ ਡਿਊਲੀ ਪੇਪਰ ਦੇ ਚੁੱਕੇ ਆ, ਫਿਜ਼ੀਕਲ ਟੈਸਟ ਕਲੀਅਰ ਕਰ ਚੁੱਕੇ ਆ, ਸਿਲੈਕਸ਼ਨ ਹੋ ਚੁੱਕੀ ਆ। ਲੇਕਿਨ ਤੁਹਾਡੇ, ਕਿਉਂਕਿ ਤੁਸੀਂ 10,000 ਜਿਹੜੀਆਂ ਨੌਕਰੀਆਂ ਦੀ ਗੱਲ ਕਰ ਰਹੇ ਹੋ, ਤੁਸੀਂ ਇਹ ਉਸ ਚੀਜ਼ ਦੇ ਕਰਕੇ ਇਹਨੂੰ ਸਕ੍ਰੈਪ ਨਾ ਕਰੋ। ਇਹ ਵੀ ਗੱਲ ਆ ਰਹੀ ਆ ਵੀ ਇਹ ਕਿਉਂਕਿ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਤੇ ਸਿਲੈਕਸ਼ਨ ਹੋਈ ਆ, ਇਹਨੂੰ ਸਕ੍ਰੈਪ ਕਰਨ ਦੀ ਗੱਲ ਕਰ ਰਹੇ ਆ। ਉਹ ਬੱਚਿਆਂ ਨੂੰ 10 ਦਿਨ ਹੋ ਗਏ, 21 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਸੀ ਵੀ 21 ਅਪ੍ਰੈਲ ਨੂੰ ਤੁਹਾਨੂੰ ਜੁਆਇਨਿੰਗ ਲੈਟਰਸ ਮਿਲ ਜਾਣਗੀਆਂ। ਅੱਜ ਤੱਕ ਉਹਨਾਂ ਨੂੰ ਕੋਈ ਜੁਆਇਨਿੰਗ ਲੈਟਰ ਨਹੀਂ ਮਿਲੀ। ਅੱਜ ਤੱਕ ਇੱਥੋਂ ਤੱਕ ਬੱਚੇ ਇੰਨੇ ਡਰ ਦੇ ਵਿੱਚ ਆ ਵੀ ਉਹ ਸਾਹਮਣੇ ਵੀ ਆਉਂਦੇ। ਸੋ ਜਿਹੜੀ ਡਿਸਪੈਰਿਟੀ ਦੀ ਗੱਲ ਕਰ ਰਹੇ ਹਾਂ ਅਸੀਂ, ਸਿਰਫ ਇਸ ਕਰਕੇ ਕਰ ਰਹੇ ਹਾਂ, ਇੱਕ ਪਾਸੇ ਪ੍ਰੋਸੈਸ ਹੋ ਚੁੱਕਾ, ਸਿਲੈਕਸ਼ਨ ਹੋ ਚੁੱਕੀ, ਪ੍ਰੋਸੀਜਰ ਹੋ ਚੁੱਕਾ। ਪੰਜਾਬ ਦੇ ਬੱਚੇ ਆ, ਪੰਜਾਬ ਦੇ ਨੌਜਵਾਨ ਆ ਜਿਹੜੇ ਜੁਆਇਨਿੰਗ ਲੈਟਰ ਵਾਸਤੇ ਦਰ ਠੋਕਰਾਂ ਖਾ ਰਹੇ ਆ। ਔਰ ਦੂਜੇ ਪਾਸੇ ਤੁਸੀਂ ਆਪਣੀ ਦਿੱਲੀ ਦੇ ਬੱਚਿਆਂ ਨੂੰ, ਦਿੱਲੀ ਦੀ ਟੀਮ ਨੂੰ, IT ਸੈੱਲ ਨੂੰ ਮਾਨਤਾ ਦੇਣ ਨੂੰ ਤੁਸੀਂ ਉਹਨਾਂ ਨੂੰ ਕਿਸੇ ਦੇ ਇਹ ਜਿਹੜੀਆਂ ਮੈਂ ਪੋਸਟਾਂ ਦੱਸੀਆਂ ਸੀ, ਕਿਤੇ 11 ਵਾਂ, ਕਿਤੇ 12 ਵਾਂ, ਤਕਰੀਬਨ 100 ਬੱਚਾ ਤੁਸੀਂ ਆਰਬਿਟਰਰੀ, ਬਿਨਾਂ ਸਿਲੈਕਸ਼ਨ ਤੋਂ, ਬਿਨਾਂ ਪ੍ਰੋਸੈਸ ਤੋਂ, ਬਿਨਾਂ ਇੰਟਰਵਿਊਜ਼ ਤੋਂ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਲਿਆਓਗੇ ਤਾਂ ਕਿ ਜਿਹੜੇ IT ਸੈੱਲ ਜਿਹੜਾ ਤੁਹਾਡਾ ਵਾ ਉਹਨੂੰ ਮਾਨਤਾ ਪ੍ਰਾਪਤ ਕਰ ਸਕਣ। ਸੋ ਇਹ ਦੋ ਬੜਾ ਲੰਬਾ ਚੌੜਾ ਫਰਕ ਆ। ਇਹ ਇਹਨਾਂ ਦੇ ਹੀ MLAਆਂ ਦੀਆਂ ਔਰ ਇਹਨਾਂ ਦੇ ਹੀ ਆਪਣਾ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, 20,000 ਨੌਕਰੀਆਂ ਤੇ 10 ਦਿਨਾਂ 'ਚ ਹੋਵੇਗੀ ਸ਼ੁਰੂਆਤ ਭਰਤੀ। ਆ ਇਹਨਾਂ ਦੇ MLA, ਇਹਨਾਂ ਦੇ ਮੁੱਖ ਮੰਤਰੀਆਂ ਦੀ ਇਹ ਪੋਸਟਾਂ ਵਾ। ਨਾ ਤਾਂ 20,000 ਬੱਚਿਆਂ ਦੀ ਕੋਈ ਸਿਲੈਕਸ਼ਨ ਹੋਈ, ਨਾ ਕਿਸੇ ਦੀ ਹੋਰ ਹੋਈ। ਇੱਕ ਲਾਸਟ ਗੱਲ ਹੋਰ, ਕੱਲ੍ਹ ਫਿਰ ਤੁਸੀਂ ਇੱਕ ਮੀਡੀਆ ਚੈਨਲਾਂ 'ਚ ਅਸੀਂ ਖਬਰ ਵੇਖ ਰਹੇ ਸੀ, ਮੁੜ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਬੱਚਿਆਂ ਨੂੰ ਦੁਬਾਰਾ ਕੋਟਾ ਮਿਲੂਗਾ।
ਮੀਡੀਆ ਨੇ ਵੀ ਚਲਾਤੀ। ਆ 2021 ਦੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਆ, ਉਦੋਂ ਵੀ ਵਾਰਡਸ ਆਫ ਪੁਲਿਸ ਪਰਸਨਲ ਨੂੰ 2-3 ਓਪਨ ਤੇ 2 ਵੂਮਨ, ਉਦੋਂ ਵੀ ਇਹ 2% ਕੋਟਾ ਸੀ। ਇਹ ਕੋਈ ਕੋਟਾ ਨਵਾਂ ਕੋਟਾ ਨਹੀਂ ਆ। ਹਰ ਚੀਜ਼ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਵਾ। ਔਰ ਬੜੇ ਅਫਸੋਸ ਦੀ ਗੱਲ ਆ ਵੀ ਉਹਦੀ ਜਾਂਚ ਪੜਤਾਲ ਹੋਏ ਬਿਨਾਂ ਵੀ ਅਕਸਰ ਉਹ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਸ ਦੇ ਉੱਤੇ ਵੀ ਚੱਲ ਪੈਂਦਾ ਵਾ। ਇਹ ਸ਼ਰੇਆਮ ਝੂਠ ਬੋਲਦੀ ਆ ਸਰਕਾਰ, ਸ਼ਰੇਆਮ ਪ੍ਰੋਪੇਗੈਂਡਾ ਕਰਦੀ ਆ। ਕੋਈ ਵੀ ਮਸਲਾ ਹੋਵੇ, ਇਹ ਇੱਕ ਵਿੰਡਿਕਟਿਵ ਔਰ ਇੱਕ ਸੋਚੀ ਸਮਝੀ ਤਹਿਤ ਦੇ ਸੱਚ। ਮੈਂ ਸ਼ੁਰੂ 'ਚ ਇਸ ਕਰਕੇ ਬੋਲਿਆ ਮੀਡੀਆ ਨੂੰ ਕਿਉਂ ਨਹੀਂ ਐਂਟਰਟੇਨ ਕਰਦੇ, ਕਿਉਂਕਿ ਤੁਹਾਡੇ ਥਰੂ ਵੀ ਕਈ ਵਾਰ ਇਹੋ ਜਿਹੀਆਂ ਖਬਰਾਂ, ਕਿਉਂਕਿ ਸਰਕਾਰ ਦੀ ਖਬਰ ਆ, ਤੁਸੀਂ ਤਾਂ ਦਿਖਾਣੀ ਪਊਗੀ ਤੁਹਾਨੂੰ। ਕੱਲ 2% ਖਬਰ ਨੂੰ ਕਿਵੇਂ ਬਣਾ ਕੇ ਪੇਸ਼ ਕਰ ਦਿੱਤਾ ਵੀ 26 ਸਾਲਾਂ ਬਾਅਦ ਪਾਲਿਸੀ ਲਾਗੂ ਹੋਈ, ਜਦ ਕਿ ਉਹ ਪਾਲਿਸੀ ਦੇ ਵਿੱਚ ਆਲਰੇਡੀ ਹੈਗਾ ਵਾ। ਤੁਸੀਂ ਵੇਖ ਰਹੇ ਹੋ ਕਿਵੇਂ ਡਿਜੀਟਲ ਮੀਡੀਆ ਨੂੰ ਆਪਣੇ ਆਪ ਨੂੰ ਪ੍ਰੋਪੋਗੇਟ ਕਰਨ ਨੂੰ ਕਿਸ ਤਰੀਕੇ ਨਾਲ ਆਰਬਿਟਰੀ ਸਿਲੈਕਸ਼ਨ ਕਰ ਰਿਹਾ, ਔਰ ਜਦ ਕਿ ਉਹੀ ਤਕਰੀਬਨ 10,000 ਬੱਚਾ ਅੱਜ ਜੁਆਇਨਿੰਗ ਲੈਟਰਸ ਵਾਸਤੇ ਬੈਠਾ ਵਾ, ਔਰ ਦੂਜੇ ਪਾਸੇ ਤੁਸੀਂ ਦਵਾ ਦਵ ਕੰਟਰੈਕਚੁਅਲ EMPLOYEES ਦੇ ਤਹਿਤ ਕਰੀ ਜਾ ਰਹੇ ਹੋ। ਸੋ ਇਹ ਇਸ ਸਰਕਾਰ ਦੀ ਇੱਕ ਬੇਸਿਕ ਜੀ ਇੱਕ ਫੰਡਾ ਵਾ, ਔਰ ਇਸ ਚੀਜ਼ ਦਾ ਅਸੀਂ ਵਿਰੋਧ ਕਰਾਂਗੇ। ਅਸੀਂ ਇਸ ਚੀਜ਼ ਦਾ, ਅਗਰ ਇਹਨਾਂ ਨੂੰ ਜੁਆਇਨਿੰਗ ਲੈਟਰਸ ਨਹੀਂ ਮਿਲਣਗੀਆਂ ਤੇ ਅਸੀਂ ਬਹੁਤ ਜਲਦ ਨੌਜਵਾਨਾਂ ਨੂੰ ਲੈ ਕੇ, ਇਹ ਕਹਿਣਗੇ ਸਾਡੇ ਕੋਲ ਟਾਈਮ ਆ ਬੜਾ ਵਾ, ਲੇਕਿਨ ਟਾਈਮ ਦੇ ਨਾਲ ਨਾਲ ਸਮਾਂ ਬੀਤ ਰਿਹਾ ਵਾ, ਔਰ ਬੱਚਿਆਂ ਨੂੰ ਰੋਜ਼-ਰੋਜ਼ ਹਰਾਸਮੈਂਟ ਤੋਂ ਬਾਅਦ ਅਸੀਂ CM ਜਿਹੜਾ ਆਪਣਾ CM ਦਾ ਘਰ ਆ ਜਾਂ CM ਦਾ ਦਫ਼ਤਰ ਆ, ਜਿੱਥੇ ਵੀ ਪੰਜਾਬ CM ਜਾਊਗਾ ਉਹਦਾ ਘਿਰਾਵ ਕਰਕੇ ਉਸ ਤੋਂ ਇਸ ਗੱਲ ਦਾ ਜਵਾਬ ਮੰਗਾਂਗੇ ਵੀ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਨੂੰ ਜਿਹੜੇ ਆਲਰੇਡੀ ਸਿਲੈਕਟ ਹੋ ਚੁੱਕੇ ਆ, ਸਭ ਕੁਝ ਹੋ ਚੁੱਕਾ ਵਾ, ਉਹਨਾਂ ਨੂੰ ਤੁਸੀਂ ਜੁਆਇਨਿੰਗ ਲੈਟਰਸ ਕਿਉਂ ਨਹੀਂ ਦੇ ਰਹੇ। ਔਰ ਦੂਜੇ ਪਾਸੇ ਤੁਸੀਂ ਦਿੱਲੀ ਦੇ ਬੱਚਿਆਂ ਨੂੰ IT ਸੈੱਲ ਦੇ ਵਿੱਚ ਲਿਆ ਕੇ ਕਿਸ ਤਰੀਕੇ ਤੁਸੀਂ ਉਹਨਾਂ ਨੂੰ ਖੜਾ ਕਰ ਰਹੇ ਹੋ। ਲੱਖ ਰੁਪਏ ਦੀਆਂ ਤਨਖਾਹਾਂ, 70 ਹਜ਼ਾਰ ਰੁਪਏ ਦੀਆਂ ਤਨਖਾਹਾਂ, ਬਿਨਾਂ ਕਿਸੇ ਪ੍ਰੋਸੈਸ ਤੋਂ, ਬਿਨਾਂ ਕਿਸੇ ਇਸ ਚੀਜ਼ ਤੋਂ ਤੁਸੀਂ ਇਹਨੂੰ ਫਾਈਨਲਾਈਜ਼ ਕਰ ਰਹੇ ਹੋ। ਇਹੀ ਨੌਲੇਜ ਸ਼ੇਅਰਿੰਗ ਐਗਰੀਮੈਂਟ ਸੀ, ਜਦ ਕਿ ਨੌਲੇਜ ਸ਼ੇਅਰਿੰਗ ਐਗਰੀਮੈਂਟ ਦੇ ਉੱਤੇ ਹੋਰ ਵੀ ਬਹੁਤ ਕੁਝ ਬੋਲਿਆ ਜਾ ਸਕਦਾ, ਲੇਕਿਨ ਅੱਜ ਦੀ ਪ੍ਰੈਸ ਕਾਨਫਰੰਸ ਸਿਰਫ ਇਹਦੇ ਤੇ ਸੀਮਤ ਰੱਖਦੇ ਹਾਂ। ਜਿਹੜੀ ਦਿੱਲੀ ਦੇ ਬੱਚਿਆਂ ਨੂੰ ਤੁਸੀਂ IT ਸੈੱਲ 'ਚ ਨੌਕਰੀਆਂ ਦੇ ਰਹੇ ਹੋ ਲੱਖ ਰੁਪਏ ਤੇ 60 ਹਜ਼ਾਰ ਤੇ 70 ਹਜ਼ਾਰ ਤੇ 50 ਹਜ਼ਾਰ ਤੇ, ਪੰਜਾਬ ਦੇ ਬੱਚਿਆਂ ਦੇ ਕਾਂਸਟੇਬਲਾਂ ਦੀ ਜੁਆਇਨਿੰਗ ਲੈਟਰਸ ਕਿਉਂ ਨਹੀਂ ਦਿੰਦੇ ਜਿਹੜੇ ਡਿਊਲੀ ਪ੍ਰੋਸੈਸ ਦੇ ਵਿੱਚੋਂ ਸਿਲੈਕਟ ਹੋਏ ਆ। ਇਹੀ ਸਾਡੇ ਕੁਝ ਮੁੱਦੇ ਸੀਗੇ। ਇਹਨਾਂ ਤੋਂ ਇਲਾਵਾ ਮੈਂ ਜਿਵੇਂ ਤੁਹਾਨੂੰ ਪੁਲਿਸ ਪਰਸਨਲਸ ਦੀ ਗੱਲ ਦੱਸੀ, ਉਹ ਵੀ ਜ਼ਰੂਰ ਗੱਲ ਆ, ਔਰ ਨਾਲ ਮੈਂ ਇਹ ਵੀ ਕਹੂੰਗਾ ਵੀ ਇਹ ਸਰਕਾਰ ਦਾ ਜਿਹੜਾ ਬਦਨਾਮ ਕਰਨ ਦਾ ਤਰੀਕਾ ਵਾ, ਉਹਦੇ ਤੋਂ ਤੁਸੀਂ ਵੀ ਮੀਡੀਆ ਕਰਮੀ ਦੀਆਂ ਥੋੜ੍ਹੀ ਬੇਨਤੀ ਹੈ। ਜਿਵੇਂ ਸੁਖਜਿੰਦਰ ਰੰਧਾਵਾ ਜੀ ਦਾ ਇਸ਼ੂ ਸੀ, ਕਿਸ ਤਰੀਕੇ ਨਾਲ ਸੁਖਜਿੰਦਰ ਰੰਧਾਵਾ ਜੀ ਨੂੰ ਇੱਕ ਤਰ੍ਹਾਂ ਤੋਂ ਗਲਤ ਰੂਪ ਦੇ ਵਿੱਚ ਪੇਸ਼ ਕੀਤਾ ਗਿਆ, ਜਿਵੇਂ ਉਹ ਗੱਡੀ ਦੱਬ ਕੇ ਬੈਠੇ ਆ। ਨਾ ਉਹਨਾਂ ਨੇ ਗੱਡੀ ਦੱਬੀ ਆ, ਨਾ ਉਹਨਾਂ ਨੇ ਮੰਗੀ ਆ, ਨਾ ਉਹਨਾਂ ਨੇ ਕਿਹਾ ਵਾ ਟੌਪ ਮਾਡਲ ਤੋਂ ਸ਼ੌਪ ਮਾਡਲ ਤੋਂ। ਇਹ ਚੀਜ਼ਾਂ ਦੇ ਵਿੱਚ ਮੈਂ ਇਸ ਕਰਕੇ ਗੱਲ ਜੋੜੀ ਆ ਵੀ ਇੱਕ ਐਗਜ਼ਾਮਪਲ ਦੇਣ ਨੂੰ, ਇਸੇ ਤੇ ਮੁੱਦੇ ਤੇ ਨਾ ਕਿਤੇ ਉਲਝਾ ਲਿਓ, ਇਸੇ ਕਾਨਫਰੰਸ ਨੂੰ ਇਹਦੇ ਤੇ ਨਾਲ, ਲੇਕਿਨ ਨੌਕਰੀਆਂ ਦੇ ਉੱਤੇ ਜ਼ਰੂਰ ਅਸੀਂ ਆਪਣਾ ਇਹ ਗੱਲ ਹਾਂਜੀ ਮੇਰੇ ਕੋਲ, ਮੈਂ ਇੱਕ ਵਾਰ ਉਹਨਾਂ ਨੂੰ ਡਿਨਾਈ ਕਰ ਲੈਣ ਦਿਓ, ਮੈਂ ਐਵੀਡੈਂਸ ਦਊਂਗਾ। ਮੈਂ ਤਾਂ ਮੇਰੇ ਕੋਲ, ਸਾਡੇ ਕੋਲ ਉੱਥੋਂ ਦੇ ਇੰਟਰਵਿਊ ਦੀ ਜਿਹੜੀਆਂ ਅੰਦਰ ਗਏ ਬੱਚੇ ਆ ਉਹ ਵੀ ਆ, ਕਾਲ ਰਿਕਾਰਡਿੰਗਸ ਵੀ ਆ, ਔਰ ਸਭ ਕੁਝ ਹੈਗਾ ਵਾ, ਲੇਕਿਨ ਮੈਂ ਇਹਨਾਂ ਨੂੰ ਡਿਨਾਈ ਕਰ ਲੈਣ ਦਿਓ। ਇੱਕ ਵਾਰ ਇਹਨਾਂ ਨੂੰ ਪੁੱਛ ਤਾਂ ਲਓ ਨਾ, ਇਹਨਾਂ ਤੋਂ ਸਵਾਲ, ਅਗਰ ਉਹ ਕਹਿ ਦੇਣਗੇ ਵੀ ਨਹੀਂ ਪ੍ਰੋਸੈਸ ਸਿਲੈਕਸ਼ਨ ਹੋ ਚੁੱਕੀ ਆ, ਮੈਂ ਇਹ ਕਹਿ ਰਿਹਾ, ਮੈਂ ਤਾਂ ਪ੍ਰੂਫ ਮੇਰੇ ਤੇ ਨਾ ਲਾਓ, ਪ੍ਰੂਫ ਇਹਨਾਂ ਤੋਂ ਲਾਓ ਵੀ ਤੁਸੀਂ ਜਿਹੜੇ ਬੱਚੇ ਸਿਲੈਕਟ ਕੀਤੇ ਆ ਉਹ ਬੱਚਿਆਂ ਦੀ ਲਿਸਟ ਜਿਹੜੀ ਆ 26 ਤਰੀਕ ਨੂੰ ਤੁਸੀਂ ਕਿਹਾ ਸੀ ਲਿਸਟ ਆਊਟ ਹੋ ਜੂਗੀ। ਮੈਂ ਤਾਂ ਡਿਮਾਂਡ ਕਰ ਰਿਹਾ ਵੀ ਜਿਹੜੀ ਲਿਸਟ ਆ, ਮੈਂ ਕਹਿ ਰਿਹਾ ਸਿਲੈਕਸ਼ਨ ਹੋ ਚੁੱਕੀ ਆ, ਹੁਣ ਉਹਨੂੰ ਦੁਬਾਰਾ ਸਿਲੈਕਸ਼ਨ ਨੂੰ ਨਾ ਕਰਨ। ਅਗਰ ਉਹ ਦੁਬਾਰਾ ਸਿਲੈਕਸ਼ਨ ਕਰਨਗੇ ਤੁਹਾਨੂੰ ਉਹ ਤੋਂ ਪਤਾ ਚੱਲ ਜੂਗਾ। 26 ਤਰੀਕ ਨੂੰ ਉਹ ਬੱਚੇ ਸਿਲੈਕਟ ਕਰ ਚੁੱਕੇ ਆ, ਲਿਸਟ ਇਹਨਾਂ ਦੇ ਕੋਲ ਪਈ ਆ, ਔਰ ਉਹੀ ਗੱਲ ਆ SS ਮੀਡੀਆ ਦੇ ਥਰੂ ਉਹ ਲਿਸਟ ਆਊਟ ਨਾ ਕਰਨ ਦਾ ਜਾਂ ਉਹਨੂੰ ਹਾਲ ਤੱਕ ਵੈਬਸਾਈਟ ਤੇ ਨਾ ਪਾਉਣ ਦਾ ਕੋਈ ਕਾਰਨ ਆ। ਉਹੀ ਕਾਰਨ ਕਰਕੇ ਅਸੀਂ ਇਹ ਕਹਿੰਦੇ ਆ ਵੀ ਉਹ ਲਿਸਟ ਆਊਟ ਕਰੋ, ਤਾਂ ਕਿ ਤੁਹਾਨੂੰ ਪਤਾ ਚੱਲ ਜੂਗਾ ਵੀ ਦਿੱਲੀ ਦੇ ਬੱਚੇ ਆ ਕਿ ਨਹੀਂ। ਪਰ ਇੰਟਰਵਿਊ ਦਾ ਅੱਜ ਵੀ ਹੋ ਰਹੀ ਆ, ਇੰਟਰਵਿਊ ਪਹਿਲੀ ਗੱਲ ਹੈ ਕੰਪਲੀਟ ਹੋਈ, ਅੱਜ ਤੇ ਹੁਣ ਤੱਕ ਵੀ ਜਿਹੜੀ ਇੰਟਰਵਿਊ ਚੱਲ ਰਹੀ ਆ। ਪਹਿਲੀ ਗੱਲ, ਦੂਜੀ ਗੱਲ ਇਹ ਜਿਹੜੇ 65 ਬੰਦੇ ਰੱਖਣੇ ਆ, ਉਹ ਤੁਹਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ, ਉਹ ਆਰਡਰ ਕਰਕੇ ਗਏ ਸੀਗੇ ਕਿ ਸੋਸ਼ਲ ਮੀਡੀਆ ਦੇ ਵਿੱਚ 65 ਬੰਦੇ ਰੱਖਣੇ ਆ। ਉਦੋਂ ਉਹਨਾਂ ਨੇ 21 ਬੰਦੇ ਰੱਖਦੇ ਸੀਗੇ, 45 ਬੰਦੇ ਜਿਹੜੇ ਬਾਕੀ ਰੱਖੇ ਜਾਣੇ ਆ, ਉਹਨਾਂ ਦੀ ਭਰਤੀ ਕੀਤੀ ਜਾ ਰਹੀ ਆ। ਉਹਦੇ ਵਿੱਚ ਹੀ ਕੁਝ ਬੰਦੇ ਤੁਹਾਡੇ ਸਾਬਕਾ ਮੁੱਖ ਮੰਤਰੀ
ਚਰਨਜੀਤ ਚੰਨੀ ਉਹਨਾਂ ਦੇ ਵੀ ਆਪਣੀ ਟੀਮ ਚ ਰੱਖੇ ਨੇ। ਕੀ ਤੁਹਾਨੂੰ ਇਹ ਲੱਗ ਨਹੀਂ ਰਿਹਾ ਵੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਆਪਣੇ ਭਾਈ ਭਤੀਜਾਵਾਦ ਨੂੰ ਬੜਾਵਾ ਦਿੰਦੀਆਂ, ਜਿਹੜੀ ਵੀ ਮਰਜ਼ੀ ਸਰਕਾਰ ਹੋਵੇ, ਚਾਹੇ ਉਹ ਆਪਣੀ ਹੋਵੇ ਚਾਹੇ ਆਪਣੀ ਹੋਵੇ? ਅਗਰ ਕੈਪਟਨ ਅਮਰਿੰਦਰ ਸਿੰਘ ਦੀ ਪਾਲਿਸੀ ਇਹ ਲਾਗੂ ਕਰਦੇ ਆ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਸ ਚੀਜ਼ ਨੂੰ ਇਹ ਵਿੰਡੀਕੇਟ ਕਰਦੇ ਆ। ਮੈਂ ਉਦੋਂ ਵੀ ਇਸ ਗੱਲ ਨੂੰ ਕਹਿਣਾ, ਜਿਹੜੀ ਆਈਟੀ ਮੀਡੀਆ, ਸੋਸ਼ਲ ਮੀਡੀਆ ਸੈੱਲਸ ਜਿਹੜੇ ਅੱਜ ਕੱਲ੍ਹ ਬਣ ਚੁੱਕੇ ਆ ਸਰਕਾਰਾਂ ਦੇ, ਅਗਰ ਇਹ ਆਰਬਿਟਰੀ ਤਰੀਕੇ ਨਾਲ ਰੱਖੇ ਜਾਣਗੇ ਤੇ ਇਹ ਸਿਰਫ ਤੇ ਸਿਰਫ ਉਹਨਾਂ ਬੰਦਿਆਂ ਤੱਕ ਸੀਮਤ ਰਹਿ ਜਾਣਗੇ। ਇਹ ਸਰਕਾਰ ਦੀ, ਪੰਜਾਬ ਦੀ ਗੱਲ ਨਹੀਂ ਕਰਨਗੇ। ਇਹ ਪਾਲਿਸੀ ਗਲਤ ਆ। ਰੈਗੂਲਰ EMPLOYEES ਰੱਖਣ ਦੀ ਗੱਲ ਕਰਨ ਵਾਲੀ ਸਰਕਾਰ ਅੱਜ ਕੰਟਰੈਕਚੁਅਲ EMPLOYEES ਸਭ ਤੋਂ ਇੰਪੋਰਟੈਂਟ ਡਿਪਾਰਟਮੈਂਟ 'ਚ ਕਿਉਂ ਰੱਖ ਰਹੇ ਆ? ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਉਹ ਕੋਈ ਹੋਰ ਮੁੱਖ ਮੰਤਰੀ ਸੀ, ਇਹ ਪਾਲਿਸੀ ਗਲਤ ਆ। ਇਹ ਪਾਲਿਸੀ ਦੇ ਵਿੱਚ ਮਨਮਰਜ਼ੀਆਂ ਹੁੰਦੀਆਂ ਔਰ ਇਹ ਪਾਲਿਸੀ ਨੂੰ ਸਕ੍ਰੈਪ ਕਰਨ ਦੀ ਲੋੜ ਆ। ਤੁਸੀਂ ਕਿਸੇ ਵੀ ਹਾਲ 'ਚ ਕੰਟਰੈਕਚੁਅਲ EMPLOYEES ਦੇ ਖਿਲਾਫ, ਇੱਕ ਪਾਸੇ ਤਾਂ ਤੁਸੀਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕਰ ਰਹੇ ਹੋ ਔਰ ਦੂਜੇ ਪਾਸੇ ਜਦ ਤੁਹਾਡੇ ਕੋਲ ਸਮਾਂ ਵਾ, ਤੁਸੀਂ ਕੰਟਰੈਕਚੁਅਲ EMPLOYEES ਦੀ ਜਗ੍ਹਾ ਤੁਸੀਂ ਰੈਗੂਲਰ ਭਰਤੀ ਕਿਉਂ ਨਹੀਂ ਕਰ ਰਹੇ? ਤੁਸੀਂ PR ਡਿਪਾਰਟਮੈਂਟ, ਪਨਕੌਮ ਮੀਡੀਆ, ਭਾਵੇਂ ਪੁਰਾਣੀ ਸਰਕਾਰ ਕਰਦੀ ਸੀ, ਨਹੀਂ ਕਰਦੀ ਸੀ, ਤੁਹਾਨੂੰ ਵੀ ਪਤਾ ਉਹ ਸਰਕਾਰ ਪਿਛਲੀ ਦੇ ਵਿੱਚ ਕੌਣ ਮੀਡੀਆ ਕੰਟਰੋਲ ਕਰਦਾ ਸੀ, ਸੋਸ਼ਲ ਮੀਡੀਆ। ਤੁਹਾਨੂੰ ਵੀ ਪਤਾ ਉਸ ਸਮੇਂ ਦੇ ਵਿੱਚ ਕਿਵੇਂ ਕੀ ਕੁਛ ਹੁੰਦਾ ਸੀ। ਅੱਜ ਪਨ ਮੀਡੀਆ ਦੇ ਬਿੱਲ 40-40 ਲੱਖ ਰੁਪਏ ਇੱਕ ਵੀਡੀਓ ਦੇ ਬਿੱਲ ਆ। ਪਨ ਮੀਡੀਆ ਦੀ ਐਡਵਰਟਾਈਜ਼ਮੈਂਟ ਦੀ ਕਾਸਟ ਦੀ ਕੋਈ ਆਡਿਟ ਨਹੀਂ ਆ। ਪਨ ਮੀਡੀਆ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਆਪਣਾ ਬਿੱਲ ਪਾ ਕੇ ਵੀਡੀਓਜ਼ ਨੂੰ, ਗ੍ਰਾਫਿਕਸ ਨੂੰ ਤੁਸੀਂ ਜਿੱਥੋਂ ਮਰਜ਼ੀ ਉਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰ ਦਿੰਦੇ ਹੋ, ਉਹਦੀ ਕੋਈ ਆਡਿਟ ਨਹੀਂ ਆ। ਬਿੱਲ ਰੇਜ਼ ਹੁੰਦੇ ਆ, ਪਨ ਮੀਡੀਆ ਦਾ ਬਜਟ ਆ, ਉਹਦੀ ਕੋਈ ਆਡਿਟਿੰਗ ਨਹੀਂ ਆ, ਕਿਉਂਕਿ ਕੋਈ ਉਹਨੂੰ ਮਾਨਤਾ ਪ੍ਰਾਪਤ ਨਹੀਂ ਆ। ਅਗਰ ਇਹੀ ਰੈਗੂਲਰ EMPLOYEES ਹੋਣਗੇ ਤਾਂ ਇੱਕ ਚੰਗਾ ਸਿਸਟਮ ਬਣੂਗਾ ਔਰ ਜਿਹੜੀ ਪਾਰਦਰਸ਼ਤਾ ਦੀ ਆਮ ਆਦਮੀ ਗੱਲ ਕਰਦੀ ਆ ਉਹ ਹੋਊਗੀ। ਅਗਰ ਉਹ ਨਹੀਂ ਦੇਣਗੇ ਜਵਾਬ, ਦੇਖੋ ਸਾਡਾ ਮੇਨ ਇਸ਼ੂ ਆਰਬਿਟਰੀ ਸਿਲੈਕਸ਼ਨ ਔਰ ਪੰਜਾਬ ਪੁਲਿਸ ਦੇ ਕਾਂਸਟੇਬਲਸ ਨੂੰ ਉਹਨਾਂ ਦੀ ਜੁਆਇਨਿੰਗ ਲੈਟਰ ਦਿਵਾਉਣ ਦਾ ਵਾ। ਅਗਰ ਉਹ ਜਵਾਬ ਨਹੀਂ ਦੇਣਗੇ ਇਸ ਗੱਲ ਦਾ ਤੇ ਸਾਨੂੰ ਜਵਾਬ ਲੈਣਾ ਆਉਂਦਾ। ਭਗਵੰਤ ਮਾਨ ਜੀ ਪੰਜਾਬ 'ਚ ਤਾਂ ਨਿਕਲਣਗੇ ਕਿਤੇ ਨਾ ਕਿਤੇ ਤਾਂ ਇਹਨਾਂ ਦੇ ਮੰਤਰੀ ਜਾਣਗੇ। ਮੰਤਰੀ ਤਾਂ ਬਿਲਕੁਲ ਇਹਨਾਂ ਦੇ ਸੁੰਨ ਵੱਟੇ ਬਣ ਕੇ ਬੈਠੇ ਰਹਿੰਦੇ ਆ। ਕਹਿਣ ਦੀ ਲੋੜ ਨਹੀਂ ਆ ਵੀ ਮੰਤਰੀਆਂ ਦੇ ਕੋਲ ਤਾਂ ਵੈਸੇ ਹੀ ਜਵਾਬ ਕੋਈ ਨਹੀਂ ਹੈਗਾ। ਮੰਤਰੀਆਂ ਨਾਲ ਤਾਂ ਮੇਰੇ ਖਿਆਲ ਨਾਲ ਤੁਹਾਡੇ ਨਾਲ ਵੀ ਸ਼ਾਇਦ ਇੰਟਰੈਕਸ਼ਨ ਮੰਤਰੀਆਂ ਦੀ ਨਹੀਂ ਹੁੰਦੀ। ਮੈਨੂੰ ਲੱਗਦਾ ਨਹੀਂ ਤੁਹਾਨੂੰ, ਜਿਵੇਂ ਕਾਂਗਰਸ ਪਾਰਟੀ ਵਾਲੇ ਮੰਤਰੀ ਇੱਕ ਤੋਂ ਇੱਕ ਉੱਪਰ ਚੜ੍ਹ ਕੇ ਬੋਲਦੇ ਸੀਗੇ, ਚੜ੍ਹ ਕੇ ਗੱਲ ਕਰਦੇ ਸੀ, ਸ਼ਾਇਦ ਕਾਂਗਰਸ ਪਾਰਟੀ ਦੇ ਵੱਲੋਂ ਤੁਹਾਨੂੰ ਇਹ ਕਮੀ ਜ਼ਰੂਰ ਮਹਿਸੂਸ ਹੁੰਦੀ ਹੋਊਗੀ। ਸੋ ਜਵਾਬ ਅਸੀਂ ਵੀ ਲਵਾਂਗੇ, ਤੁਸੀਂ ਵੀ ਲੈਣ ਦੀ ਕੋਸ਼ਿਸ਼ ਕਰੋ, ਪਰ ਇਹਨਾਂ ਤੋਂ ਜਵਾਬ, ਇਹ ਮਤਲਬ ਨਹੀਂ ਨਾ ਵੀ ਇਹ ਜਵਾਬ ਨਹੀਂ ਦਿੰਦੇ ਤੇ ਫਿਰ ਅਸੀਂ ਹੀ ਸਭ ਕੁਝ ਕਰੀਏ। ਜਵਾਬ ਤਾਂ ਲੈਣਾ ਸ਼ੁਰੂ ਕਰੀਏ ਨਾ। ਮੈਂ ਤੁਹਾਨੂੰ ਇਹ ਕਹਿੰਦਾ, ਮੇਰਾ ਐਲੀਗੇਸ਼ਨ ਸਭ ਤੋਂ ਵੱਡਾ ਇਹ ਆ ਵੀ ਕੀ ਆਰਬਿਟਰੀ ਸਿਲੈਕਸ਼ਨ ਹੈ ਕਿ ਨਹੀਂ ਹੈ। ਪਨ ਮੀਡੀਆ ਦੇ ਰਾਹੀਂ ਜਿਹੜਾ ਇਹ ਬੋਰਡ ਆ, ਇਹਦੇ ਵਿੱਚ ਲੱਖ ਰੁਪਏ ਦੀ ਤਨਖਾਹਾਂ ਦੇਣੀਆਂ, 60 ਹਜ਼ਾਰ ਰੁਪਏ ਦੀਆਂ ਤਨਖਾਹਾਂ ਦੇਣੀਆਂ, ਜਦ ਕਿ ਅੱਜ ਕਲਾਸ 1 ਅਫਸਰ ਦੀ ਤਨਖਾਹ ਵੀ ਇਸ ਲੈਵਲ ਦੇ ਉੱਤੇ ਨਹੀਂ ਆ। ਤੁਸੀਂ ਆਲਰੇਡੀ ਕੰਟਰੈਕਚੁਅਲ EMPLOYEES ਦੀ ਗੱਲ ਕਰ ਰਹੇ ਆ। ਤੁਸੀਂ ਦਿੱਲੀ ਵਾਲੀ ਗੱਲ ਨੂੰ 2 ਮਿੰਟ ਅਗਰ ਪਾਸੇ ਰੱਖ ਕੇ ਵੀ ਕਰੋ, ਕੀ ਇਹ ਪ੍ਰੋਸੈਸ ਜਸਟੀਫਾਈਡ ਆ? ਕੀ ਅੱਜ ਗਵਰਨਮੈਂਟ ਦੀ ਕੰਟਰੈਕਚੁਅਲ EMPLOYEES ਦੀ ਪਾਲਿਸੀ ਜਸਟੀਫਾਈਡ ਆ? ਮੈਂ ਪਾਲਿਸੀ ਦੇ ਉੱਤੇ ਸਵਾਲ ਖੜੇ ਕੀਤੇ ਆ। ਮੇਰੇ ਵੱਲੋਂ ਬਿਲਕੁਲ ਐਲੀਗੇਸ਼ਨ ਆ, ਓਨਸ ਵੀ ਸਾਡੇ ਤੇ ਲਾਊਗਾ। ਅਗਰ ਅਸੀਂ ਕਹਿ ਰਹੇ ਹਾਂ ਵੀ ਇਹ ਚੀਜ਼ ਆ ਤਾਂ ਮੈਂ ਇਸ ਚੀਜ਼ ਨੂੰ ਪ੍ਰੂਵ ਕਰੂੰਗਾ, ਲੇਕਿਨ ਪਾਲਿਸੀ ਮੈਟਰ ਦੇ ਉੱਤੇ ਵੀ ਆ। ਕਿਉਂ ਕੰਟਰੈਕਚੁਅਲ EMPLOYEES ਨੂੰ ਅੱਜ ਤੁਸੀਂ ਰੈਗੂਲਰ EMPLOYEES ਦੇ ਰਾਹੀਂ ਕਿਉਂ ਨਹੀਂ, SS ਬੋਰਡ ਦੇ ਰਾਹੀਂ, ਸਬੋਰਡੀਨੇਟ ਸਿਲੈਕਸ਼ਨ ਬੋਰਡ ਦੇ ਰਾਹੀਂ, ਜਾਂ ਸਰਕਾਰ ਦੀ ਰਿਕਰੂਟਮੈਂਟ ਏਜੰਸੀ ਦੇ ਰਾਹੀਂ? ਤਹਿਸੀਲਦਾਰ ਦਾ ਪੇਪਰ ਹੁੰਦਾ, ਬਾਕੀ ਪੇਪਰ ਹੁੰਦੇ ਆ, ਤੇ ਤੁਸੀਂ ਇਹਨਾਂ ਬੰਦਿਆਂ ਨੂੰ ਵਾਕ ਇਨ ਇੰਟਰਵਿਊਜ਼ ਦੇ ਉੱਤੇ ਲੱਖ ਰੁਪਏ ਤਨਖਾਹ ਤੇ ਰੱਖ ਲੋਗੇ। ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਵੀ ਬਾਹਰ ਦੀ ਸਟੇਟਾਂ ਦੀ ਪੁਲਿਸ ਭਰਤੀ ਹੋਈ, ਉਹ ਬਹੁਤ ਵੱਡਾ ਇਸ਼ੂ ਬਣਿਆ ਸੀ। ਹੁਣ ਆਪਾਂ ਇਹਨਾਂ ਨੂੰ ਕਿਉਂ ਕੁਐਸਚਨ ਰੇਜ਼ ਕਰ ਰਹੇ ਹਾਂ ਕਿ ਉਦੋਂ ਕਾਂਗਰਸ ਦੀ ਗਵਰਨਮੈਂਟ ਵੀ ਆਊਟ ਆਫ ਸਟੇਟ ਦੇ ਬੰਦੇ ਭਰੇ ਗਏ, ਸਪੈਸ਼ਲੀ ਪੁਲਿਸ ਡਿਪਾਰਟਮੈਂਟ। ਸਾਨੂੰ ਇਹ ਇਸ਼ੂ ਨਹੀਂ ਹੈਗਾ ਵੀ ਤੁਸੀਂ ਬਾਹਰਲੀ ਸਟੇਟ ਦਾ ਰੱਖ ਰਹੇ ਹੋ, ਅੰਦਰਲੀ ਸਟੇਟ ਦਾ ਰੱਖ ਰਹੇ ਹੋ। ਸਾਨੂੰ ਪ੍ਰੋਸੈਸ ਤੇ ਇਸ਼ੂ ਆ। ਤੁਸੀਂ ਆਪਣੇ ਚਹੀਤਿਆਂ ਨੂੰ ਰੱਖ ਰਹੇ ਹੋ। ਮੈਂ ਤੁਹਾਨੂੰ ਇਹ ਕਹਿ ਰਿਹਾ, ਉਸ ਚੀਜ਼ ਦਾ ਜ਼ਰੂਰ ਰੋਸ ਪ੍ਰਗਟ ਹੁੰਦਾ ਵਾ ਵੀ ਸਾਡੇ ਬੱਚਿਆਂ ਟੈਲੈਂਟ ਨਹੀਂ ਆ, ਸਾਡੇ ਬੱਚਿਆਂ ਸਿਲੈਕਸ਼ਨ ਪ੍ਰੋਸੈਸ 'ਚ ਨਹੀਂ ਹੈਗਾ। ਲੇਕਿਨ ਉਹਦੇ ਵਾਸਤੇ ਫਿਰ ਉਹੀ ਗੱਲ ਆਉਂਦੀ ਆ ਵੀ
ਸਟੇਟਸ ਉਹ ਵੀ ਆਪਣਾ ਦੇਸ਼ ਆ ਆਪਣੇ, ਲੇਕਿਨ ਹਾਲੇ ਕਿ ਮੇਰੀ ਆਪ ਦੀ ਇੱਕ ਇਹ ਸੋਚ ਆ ਸਾਡੀ ਯੂਥ ਕਾਂਗਰਸ ਦੀ, ਕਈ ਮੈਂ ਦੇਖਦਾ ਨੌਜਵਾਨ ਲੋਕ ਇਹ ਕਹਿੰਦੇ ਆ ਵੀ ਨਹੀਂ ਪੰਜਾਬ ਦੇ ਵਿੱਚ ਜਿਹੜੀ ਸਿਲੈਕਸ਼ਨ ਆ ਪੰਜਾਬੀਆਂ ਦੀ ਜ਼ਿਆਦਾ ਹੋਣੀ ਚਾਹੀਦੀ ਆ, ਲੇਕਿਨ ਉਹ ਫਿਰ ਇੱਕ ਹੋਰ ਇਸ਼ੂ ਵੱਡਾ ਡਾਇਵਰਟ ਵੱਲ ਨੂੰ ਹੋ ਜਾਂਦਾ, ਉਸ ਪਾਸੇ ਨੂੰ ਨਾ ਲੈ ਕੇ ਜਾਣ ਦੀ ਬਜਾਏ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਕੀ ਇਹ ਸਿਲੈਕਸ਼ਨ ਪ੍ਰੋਸੈਸ ਜਸਟੀਫਾਈਡ ਆ? ਤੁਸੀਂ ਆਪਣੇ ਚਹੀਤਿਆਂ ਨੂੰ, ਆਪਣੇ ਆਈਟੀ ਸੈੱਲ ਨੂੰ, ਆਪਣੇ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਨੂੰ ਤੁਸੀਂ ਮਾਨਤਾ ਪ੍ਰਾਪਤ ਕਰਕੇ ਤੁਸੀਂ ਲੱਖ ਲੱਖ ਰੁਪਏ ਦੀ ਤਨਖਾਹਾਂ ਤੇ 50-50 ਹਜ਼ਾਰ ਦੀਆਂ ਤਨਖਾਹਾਂ ਦੇ ਉੱਤੇ ਤੁਸੀਂ ਰੱਖ ਰਹੇ ਹੋ, ਇਹ ਕਿੱਥੋਂ ਜਸਟੀਫਾਈਡ ਆ? ਢਿੱਲੋਂ ਸਾਹਿਬ ਤੁਸੀਂ ਕਹਿ ਰਹੇ ਆ ਵੀ ਪੰਜਾਬੀਆਂ ਦਾ ਮੁੱਦਾ ਨੌਜਵਾਨ ਆਉਂਦੇ ਆ ਵੀ ਪੰਜਾਬੀਆਂ ਨੂੰ ਭਰਤੀ ਮਿਲਣੀ ਚਾਹੀਦੀ ਆ, ਰੁਜ਼ਗਾਰ ਮਿਲਣਾ ਚਾਹੀਦਾ, ਉਹ ਤਾਂ ਹੋਰ ਪਾਸੇ ਨੂੰ ਚਲੇ ਜਾਂਦਾ ਹੈ। ਹਰਿਆਣਾ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤਾ, ਬਿੱਲ ਪਾਸ ਕੀਤਾ ਹੈ ਕਿ 80% ਆ ਜਿਹੜਾ ਹਰਿਆਣੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਹਿਮਾਚਲ ਸਰਕਾਰ ਨੇ ਕੀਤਾ ਹੋਇਆ, ਰਾਜਸਥਾਨ ਸਰਕਾਰ ਨੇ ਕੀਤਾ ਹੋਇਆ। ਪੰਜਾਬ ਨੂੰ ਕਰਨ ਦੇ ਵਿੱਚ ਕਿਉਂ ਉਹ ਆ ਰਿਹਾ ਹੈ, ਵਾਧਾ ਬਣ ਰਿਹਾ ਨਹੀਂ, ਪੰਜਾਬ ਕਿਉਂ ਨਹੀਂ ਕਰ ਰਿਹਾ ਨਹੀਂ? ਪੰਜਾਬ ਇਹਦਾ ਮਤਲਬ ਜਿੱਥੋਂ ਮਰਜ਼ੀ ਆ ਕੇ ਬੰਦਾ ਜ਼ਮੀਨਾਂ ਖਰੀਦ ਜਾਵੇ, ਸਾਰਾ ਕੁਝ ਕਰੀ ਜਾਵੇ। ਹਿਮਾਚਲ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ, ਰਾਜਸਥਾਨ 'ਚ ਤੁਸੀਂ ਖਰੀਦ ਨਹੀਂ ਕਰ ਸਕਦੇ, ਜੰਮੂ ਦੇ ਵਿੱਚ ਤੁਸੀਂ ਨਹੀਂ ਖਰੀਦ ਸਕਦੇ। ਪੰਜਾਬ ਸਾਰੇ ਬੰਦੇ ਕੋਲ ਹੈ, ਪੰਜਾਬ ਦੇ ਨੌਜਵਾਨ ਤਾਂ ਧੱਕੇ ਖਾਣਗੇ। ਦੇਖੋ ਤੁਸੀਂ ਇਹ ਕਿਉਂ ਨਹੀਂ ਲੈ ਕੇ ਆਉਂਦੀਆਂ ਸਰਕਾਰਾਂ? ਮੈਂ ਪੰਜਾਬ ਨੂੰ ਕਹਿ ਦੁਨੀਆ ਇਹ ਜੀ ਭਾਈ ਭਤੀਜਾ ਵਾ ਚੱਲੇ ਨਾ। ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਇਹ ਮੁੱਦਾ ਫਿਰ ਮੈਂ ਤੁਹਾਨੂੰ ਕਹਿ ਰਿਹਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੱਖਰਾ ਹੋ ਜਾਊਗਾ। ਪੰਜਾਬ ਦਾ ਨੌਜਵਾਨ ਕੈਨੇਡਾ ਜਾ ਕੇ ਕੰਮ ਕਰਦਾ, ਪੰਜਾਬ ਦਾ ਨੌਜਵਾਨ ਦਿੱਲੀ ਜਾ ਕੇ ਕੰਮ ਕਰਦਾ, ਪੰਜਾਬ ਦਾ ਨੌਜਵਾਨ ਨੂੰ ਸક્ષਮ ਬਣਾਉਣ ਦੀ ਲੋੜ ਆ ਵੀ ਉਹ ਕਿਤੇ ਵੀ ਆਪਣਾ ਕੰਮ ਲੈ ਸਕੇ, ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਆ। ਨਾ ਤਾਂ ਹਰਿਆਣਾ ਨੂੰ ਮਾਨਤਾ ਪ੍ਰਾਪਤ ਹੋ ਸਕੀ, ਨਾ ਤਾਂ ਹਰਿਆਣਾ ਦੇ ਵਿੱਚ ਉਹ ਬਿੱਲ ਜ਼ਰੂਰ ਆਇਆ, ਠੀਕ ਆ, ਪੋਪੂਲਰ ਚੋਇਸ ਦੇ ਵਿੱਚ ਇਹ ਆ। ਇਹ ਤਾਂ ਇੱਥੋਂ ਦੀ ਹੁਣ ਅੱਜ ਅੰਬੂਜਾ ਸੀਮੈਂਟ ਆ ਰੋਪੜ ਦੇ ਵਿੱਚ, ਅੱਜ ਉੱਥੇ ਧਰਨਾ ਲੱਗਾ ਬੈਠਾ ਵਾ, ਇੱਕ ਪਾਸੇ ਟਰਾਂਸਪੋਰਟਰ ਆ, ਇੱਕ ਪਾਸੇ ਲੋਕਲ ਲੋਕ ਆ। ਟਰਾਂਸਪੋਰਟਰ ਵੀ ਆਪਣੇ ਆ, ਗੱਡੀਆਂ ਹਿਮਾਚਲ ਦੀਆਂ ਇੱਥੇ ਭਰਦੀਆਂ ਵਾ, ਉਹ ਇਸ਼ੂ ਬਣੀ ਬੈਠਾ ਵਾ। ਇਹ ਤਾਂ ਪਾਲਿਸੀ ਮੈਟਰ ਆ ਨਾ, ਇਹਦੇ ਤੇ ਇੱਕ ਬੰਦੇ ਦੇ ਜਾਂ ਇੱਕ ਚੀਜ਼ ਦੇ ਉੱਤੇ ਆਪਾਂ ਲਿਆ ਕੇ ਇਸ ਚੀਜ਼ ਨੂੰ ਨਾ ਖੜਾ ਕਰੀਏ। ਮੈਂ ਸਿਰਫ ਤੁਹਾਨੂੰ ਇਹ ਕਹਿ ਰਿਹਾ ਇਹਦੇ ਵਾਸਤੇ ਜਿਹੜੀ ਅੰਬੂਜਾ ਵਾਲੀ ਗੱਲ ਆ, ਇਹਦੇ ਵਾਸਤੇ ਵੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਆ। ਉਦੋਂ ਕੈਪਟਨ ਅਮਰਿੰਦਰ ਸਿੰਘ ਜਿਹਦੇ ਵਾਸਤੇ ਜ਼ਿੰਮੇਵਾਰ ਸੀਗਾ, ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਉਹਦੀ ਸਜ਼ਾ ਦੇ ਦਿੱਤੀ। ਕੈਪਟਨ ਅਮਰਿੰਦਰ ਸਿੰਘ ਜੀ ਅੱਜ ਰੈਲੇਵੈਂਟ ਨਹੀਂ ਹੈਗੇ ਇਸ ਸਮੇਂ ਅੱਜ ਦੀ ਪੋਲਿਟਿਕਸ ਦੇ ਵਿੱਚ। ਅੱਜ ਭਗਵੰਤ ਮਾਨ ਸਾਹਿਬ ਰੈਲੇਵੈਂਟ ਆ, ਅੱਜ ਮੁੱਖ ਮੰਤਰੀ ਭਗਵੰਤ ਮਾਨ ਆ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਸਜ਼ਾ ਮਿਲਣੀ ਸੀ ਜਾਂ ਜੋ ਉਹਨਾਂ ਦੀ ਪਾਲਿਸੀਆਂ ਦਾ ਨਤੀਜਾ ਸੀ ਜਾਂ ਕਾਂਗਰਸ ਪਾਰਟੀ ਨੂੰ ਜੋ ਮਿਲਣਾ ਸੀ ਉਹ ਮਿਲ ਗਿਆ। ਸੋ ਮੇਰਾ ਸਿਰਫ ਇਹ ਗੱਲ ਆ, ਇਹ ਮੁੱਦੇ ਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ, ਜਿਹੜੀ ਆਰਬਿਟਰੀ ਸਿਲੈਕਸ਼ਨ ਆ, ਜਿਹਦੇ ਵਿੱਚ ਆਪਣੇ ਮਨਪਸੰਦੀਦਾ ਬੰਦੇ ਰੱਖ ਰਹੇ ਆ ਔਰ ਜਿਹਦੇ ਤੇ ਇਹ ਸਵਾਲ ਚੁੱਕ ਵੀ ਰਹੇ ਆ ਕਈ, ਭਾਵੇਂ ਉਹ ਵਿਧਾਨ ਸਭਾ 'ਚ ਕਹਿ ਰਹੇ ਆ ਨਾ ਭਾਈ ਭਤੀਜਾਵਾਦ ਆਇਆ, ਤੇ ਅੱਜ ਦਿੱਲੀ ਦੇ ਵਿੱਚ ਅੱਜ ਉਹ ਬੰਦਿਆਂ ਨੂੰ ਕਿਵੇਂ ਰੱਖ ਰਿਹਾ ਬਿਨਾਂ ਕਿਸੇ ਪ੍ਰੋਸੈਸ ਦੇ ਉੱਤੇ। ਹਾਂਜੀ, ਤੁਸੀਂ ਐਜੂਕੇਸ਼ਨ ਦਾ ਕ੍ਰਾਈਟੇਰੀਆ 50,000 ਦੀ ਨੌਕਰੀ ਆ, ਕੋਈ ਡਿਗਰੀ ਨਹੀਂ, ਕੋਈ +2 ਦੀ ਆਪਣਾ ਇੱਥੋਂ ਤੱਕ ਆ। ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੀ ਡਿਜੀਟਲ ਮੀਡੀਆ ਐਗਜ਼ੀਕਿਊਟਿਵ ਆ, ਮੈਨੇਜਸ ਆਲ ਸੋਸ਼ਲ ਮੀਡੀਆ ਪਲੇਟਫਾਰਮ, ਮੋਨੀਟਰ, ਮੈਡਰੇਟ, ਰਿਸਪੌਂਡ ਟੂ ਕਮੈਂਟਸ, create and share social media videos and image, building positive image of the government and publicize scheme and achievement on all social media platforms। ਇਹਦੇ ਵਾਸਤੇ ਕੋਈ ਡਿਗਰੀ ਦੀ ਲੋੜ ਵੀ ਨਹੀਂ ਆ, +2 ਦੀ ਲੋੜ ਵੀ ਨਹੀਂ ਆ, ਕਿਸੇ ਵੀ ਚੀਜ਼ ਦੀ ਲੋੜ ਨਹੀਂ ਆ। ਅਗਰ ਇਹਨੂੰ ਹੀ ਪੱਕਾ ਕਰ ਦੇਣ, ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਲੇਕਿਨ ਪੱਕਾ ਕਰ ਦੇਣ, ਰੈਗੂਲਰ ਕਰ ਦੇਣ, ਇਹਦੇ ਨਾਲ ਇਹ ਸਿਲੈਕਸ਼ਨ ਜਿਹੜੀ ਆ ਉਹ ਨਹੀਂ ਰਹੂਗੀ। ਲੇਕਿਨ ਮੈਂ ਫਿਰ ਕਹਿੰਦਾ, ਦੇਖੋ ਕਈ ਵਾਰ ਮਸਾਲੇ ਵਾਲੇ ਮੁੱਦੇ ਆ ਨਾ ਜਿਹੜੇ, ਉਹ ਮੀਡੀਆ ਜਿਹਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਬਣਦਾ, ਲੇਕਿਨ ਤੁਸੀਂ ਇਹ ਵੇਖੋ 4300 ਬੱਚਾ ਵਾ, 4300 ਬੱਚੇ ਨੂੰ ਜੁਆਇਨਿੰਗ ਲੈਟਰ ਪੰਜਾਬ ਪੁਲਿਸ ਦੇ ਕਾਂਸਟੇਬਲਸ ਨੂੰ ਕਿਉਂ ਨਹੀਂ ਮਿਲ ਰਹੀ? ਕਿਉਂ, ਕੀ ਰੀਜ਼ਨ ਆ ਡਿਲੇ ਦਾ? ਤੁਸੀਂ ਇੱਕ ਪਾਸੇ ਤਾਂ ਵਾਕ ਇਨ ਇੰਟਰਵਿਊਜ਼ ਕਰ ਰਹੇ ਹੋ, ਦੂਜੇ ਪਾਸੇ 4300 ਬੱਚਿਆਂ ਨੂੰ ਤੁਸੀਂ ਜੁਆਇਨਿੰਗ ਲੈਟਰਸ ਨਹੀਂ ਦੇ ਰਹੇ। 4300 ਬੱਚੇ ਨੂੰ ਤੁਸੀਂ ਜੁਆਇਨਿੰਗ ਲੈਟਰ ਨਾ ਦੇਣਾ, ਜਿਨ੍ਹਾਂ ਦਾ ਸਾਲ ਤੋਂ ਪਹਿਲਾਂ ਪੇਪਰ ਦੇ ਕੇ ਬੈਠੇ ਆ, ਉਹਦਾ ਕੀ ਕਾਰਨ ਆ? ਜਿਹੜਾ ਤੁਸੀਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕੀਤੀ ਹੈ, ਤੁਸੀਂ ਇਸ ਗੱਲ ਤੇ ਹਾਮੀ ਭਰਦੇ ਹੋ ਜਾਂ ਮੋਰ ਲਗਾਉਂਦੇ ਹੋ ਕਿ ਜਿਹੜੇ ਕਾਂਗਰਸ ਦੇ ਆਈਟੀ ਸੈੱਲ ਦੇ ਜਿਹੜੇ ਸੀਗੇ ਉਹ ਨੌਕਰੀ ਲੈਣ ਨਹੀਂ ਗਏ, ਕਿ ਉਹਨਾਂ ਦੀ ਸਿਲੈਕਸ਼ਨ ਹੋਈ ਹੈ ਜਾਂ ਨਹੀਂ ਹੋਈ ਇਹਨਾਂ ਭਰਤੀਆਂ ਦੇ ਵਿੱਚ? ਦੇਖੋ ਆਈਟੀ ਸੈੱਲ ਆ ਜਾਂ ਨਹੀਂ ਵੇਖਦੇ ਸੀਗੇ, ਇਹ ਬਾਅਦ ਦੀ ਗੱਲ ਆ। ਸਿਰਫ ਮੇਰਾ ਤਾਂ ਸਿਰਫ ਇਹ ਕੰਸਰਨ ਆ ਇਹਦੇ ਵਿੱਚ ਵੀ ਉਹ ਪ੍ਰੋਸੈਸ ਜਿਹੜਾ ਵਾ ਉਹਨੂੰ ਜਸਟੀਫਾਈ ਕਰਨ। ਵਾਕ ਇਨ ਇੰਟਰਵਿਊ 'ਚ ਤੁਸੀਂ ਕਿਵੇਂ ਜਸਟੀਫਿਕੇਸ਼ਨ ਕਰ ਲੋਗੇ? ਤੁਸੀਂ ਵਾਕ ਇਨ ਇੰਟਰਵਿਊ ਦੀ ਨਾ ਕੋਈ ਮਿਨਟਸ ਆ, ਨਾ ਕੋਈ ਉਹਦੀ ਜਸਟੀਫਿਕੇਸ਼ਨ ਆ, ਨਾ ਉਹਦੀ ਕੋਈ ਪ੍ਰਾਈਵੇਟ ਸਿਲੈਕਸ਼ਨ ਆ,
ਉਹਦੇ ਵਿੱਚ ਉਹ ਬੰਦੇ ਦੀ ਮਰਜ਼ੀ ਆ ਰੱਖਣਾ ਨਹੀਂ ਰੱਖਣਾ ਨਾ ਰੱਖਣਾ।